ਸਤਿ ਸ਼੍ਰੀ ਅਕਾਲ। ਅੱਜ ਆਪਾਂ ਦਿੱਲੀ ਸਲਤਨਤ ਦੇ ਇਤਿਹਾਸ ਦੇ ਇੱਕ ਅਜਿਹੇ ਕਿਰਦਾਰ ਦੀ ਕਹਾਣੀ ਸੁਣਾਵਾਂਗੇ ਜਿਸ ਦੀ ਹਿੰਮਤ ਤੇ ਲੀਡਰਸ਼ਿਪ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ। ਇਹ ਕਹਾਣੀ ਹੈ ਰਜ਼ੀਆ ਸੁਲਤਾਨ ਦੀ, ਉਹ ਇਕਲੌਤੀ ਔਰਤ ਜੋ ਕਦੇ ਦਿੱਲੀ ਦੇ ਤਖਤ ਤੇ ਬੈਠੀ। ਜ਼ਰਾ ਸੋਚ ਕੇ ਦੇਖੋ, ਤਾਕਤਵਰ ਦਿੱਲੀ ਸਲਤਨਤ ਦਾ ਸੈਂਕੜਾਂ ਸਾਲਾਂ ਦਾ ਲੰਬਾ ਇਤਿਹਾਸ, ਕਿੰਨੇ ਹੀ ਖਾਨਦਾਨ ਆਏ, ਕਿੰਨੇ ਹੀ ਬਾਦਸ਼ਾਹਾਂ ਨੇ ਰਾਜ ਕੀਤਾ, ਪਰ ਇੰਨੇ ਲੰਬੇ ਸਮੇਂ 'ਚ ਤਖਤ ਤੇ ਬੈਠਣ ਵਾਲੀ ਔਰਤ ਸਿਰਫ ਇੱਕ ਸੀ, ਸਿਰਫ ਇੱਕ। ਤੇ ਉਹ ਸੀ ਰਜ਼ੀਆ ਸੁਲਤਾਨ। 1236 ਤੋਂ 1240 ਤੱਕ ਦਾ ਉਸਦਾ ਰਾਜ ਭਾਵੇਂ ਬਹੁਤ ਛੋਟਾ ਸੀ ਪਰ ਇਨਕਲਾਬੀ ਸੀ। ਉਹ ਮਮਲੂਕ ਯਾਨੀ ਕਿ ਗੁਲਾਮ ਵੰਸ਼ ਦੇ ਤਾਕਤਵਰ ਸੁਲਤਾਨ ਇਲਤੁਤਮਿਸ਼ ਦੀ ਧੀ ਸੀ, ਪਰ ਉਸ ਦੀ ਕਿਸਮਤ ਵਿੱਚ ਸਿਰਫ ਰਾਜਕੁਮਾਰੀ ਬਣਨਾ ਨਹੀਂ ਬਲਕਿ ਇਤਿਹਾਸ ਲਿਖਣਾ ਸੀ। ਤਾਂ ਫਿਰ ਇਹ ਸਭ ਹੋਇਆ ਕਿਵੇਂ? ਦੇਖੋ, ਕਹਾਣੀ ਸ਼ੁਰੂ ਹੁੰਦੀ ਹੈ ਇੱਕ ਦੂਰ ਅੰਦੇਸ਼ ਪਿਤਾ ਤੋਂ। ਇਲਤੁਤਮਿਸ਼ ਕੋਈ ਆਮ ਸੁਲਤਾਨ ਨਹੀਂ ਸੀ। ਇੱਕ ਅਜਿਹੇ ਦੌਰ ਵਿੱਚ ਜਿੱਥੇ ਪੁੱਤਰਾਂ ਨੂੰ ਹੀ ਵਾਰਿਸ ਮੰਨਿਆ ਜਾਂਦਾ ਸੀ, ਉਸਨੇ ਕੁਝ ਵੱਖਰਾ ਦੇਖਿਆ। ਉਸਨੇ ਆਪਣੀ ਧੀ ਰਜ਼ੀਆ ਵਿੱਚ ਉਹ ਕਾਬਲੀਅਤ ਵੇਖੀ ਜੋ ਉਸਨੂੰ ਆਪਣੇ ਪੁੱਤਰਾਂ ਵਿੱਚ ਨਜ਼ਰ ਨਹੀਂ ਆਈ, ਤੇ ਉਸਨੇ ਇੱਕ ਅਜਿਹਾ ਫੈਸਲਾ ਲਿਆ ਜੋ ਉਸ ਵੇਲੇ ਕੋਈ ਸੋਚ ਵੀ ਨਹੀਂ ਸਕਦਾ ਸੀ। ਉਸਨੇ ਰਜ਼ੀਆ ਨੂੰ ਸ਼ਾਸਨ ਲਈ ਖੁਦ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਤੇ ਕੋਈ ਕਢਾਈ ਬੁਣਾਈ ਦੀ ਸਿਖਲਾਈ ਨਹੀਂ ਸੀ। ਰਜ਼ੀਆ ਨੂੰ ਰਾਜਕਾਜ ਦੀਆਂ ਅਸਲ ਗੱਲਾਂ ਸਿਖਾਈਆਂ ਗਈਆਂ। ਫੌਜਾਂ ਦੀ ਕਮਾਨ ਕਿਵੇਂ ਕਰਨੀ ਹੈ, ਪ੍ਰਸ਼ਾਸਨ ਕਿਵੇਂ ਚਲਾਉਣਾ ਹੈ ਤੇ ਦਰਬਾਰੀ ਰਾਜਨੀਤੀ ਦੇ ਦਾਅਪੇਚ ਕਿਵੇਂ ਸਮਝਣੇ ਹਨ। ਇਲਤੁਤਮਿਸ਼ ਉਸ ਦੀ ਯੋਗਤਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਇੱਕ ਬਹੁਤ ਹੀ ਦਲੇਰ ਕਦਮ ਚੁੱਕਿਆ। ਆਪਣੇ ਸਾਰੇ ਪੁੱਤਰਾਂ ਨੂੰ ਪਾਸੇ ਕਰਕੇ ਰਜ਼ੀਆ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਐਲਾਨ ਦਿੱਤਾ। ਪਰ ਦੇਖੋ, ਇੱਕ ਮਰ ਰਹੇ ਸੁਲਤਾਨ ਦੀ ਇੱਛਾ ਇੱਕ ਪਾਸੇ ਸੀ ਤੇ ਸੱਤਾ ਦੀ ਅਸਲੀਅਤ ਦੂਜੇ ਪਾਸੇ। ਜਿਵੇਂ ਹੀ ਇਲਤੁਤਮਿਸ਼ ਦੀ ਮੌਤ ਹੋਈ, ਦਰਬਾਰ ਦੇ ਸ਼ਕਤੀਸ਼ਾਲੀ ਤੁਰਕੀ ਅਮੀਰਾਂ ਨੇ ਉਸ ਦੀ ਆਖਰੀ ਇੱਛਾ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇੱਕ ਔਰਤ ਦੇ ਹੁਕਮ ਹੇਠ ਕੰਮ ਕਰਨਾ, ਇਹ ਗੱਲ ਉਹਨਾਂ ਲਈ ਬਿਲਕੁਲ ਨਾਮਨਜ਼ੂਰ ਸੀ। ਇਹ ਵਿਰੋਧ ਕਰਨ ਵਾਲੇ ਸਨ ਤੁਰਕਾਨੇ ਚਹਿਲਗਾਨੀ ਯਾਨੀ ਕਿ 40 ਦਾ ਗੁੱਟ। ਇਹਨਾਂ ਨੂੰ ਤੁਸੀਂ ਸਲਤਨਤ ਦੇ ਅਸਲ ਕਿੰਗ ਮੇਕਰ ਸਮਝ ਸਕਦੇ ਹੋ। ਇਹ 40 ਸਭ ਤੋਂ ਤਾਕਤਵਰ ਅਮੀਰਾਂ ਦਾ ਇੱਕ ਗਰੁੱਪ ਸੀ ਜੋ ਇਹ ਮੰਨਦਾ ਸੀ ਕਿ ਤਾਜ ਕਿਸ ਦੇ ਸਿਰ ਤੇ ਸਜੇਗਾ, ਇਹ ਫੈਸਲਾ ਸਿਰਫ ਉਹੀ ਕਰਨਗੇ। ਤਾਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਰਜ਼ੀਆ ਦੇ ਭਰਾ ਰੁਕਨ-ਉਦ-ਦੀਨ ਫਿਰੋਜ਼ ਨੂੰ ਆਪਣੀ ਕਠਪੁਤਲੀ ਬਣਾ ਕੇ ਤਖ਼ਤ ਤੇ ਬਿਠਾ ਦਿੱਤਾ। ਪਰ ਉਹ ਇੱਕ ਬਹੁਤ ਹੀ ਕਮਜ਼ੋਰ ਤੇ ਨਾਲਾਇਕ ਸ਼ਾਸਕ ਨਿਕਲਿਆ, ਜਿਸ ਨਾਲ ਹਰ ਪਾਸੇ ਹਫੜਾ-ਦਫੜੀ ਮਚ ਗਈ। ਤੇ ਇਸੇ ਹਫੜਾ-ਦਫੜੀ ਵਿੱਚ ਰਜ਼ੀਆ ਨੇ ਆਪਣਾ ਮੌਕਾ ਦੇਖਿਆ। ਚੁੱਪਚਾਪ ਬੈਠਣ ਦੀ ਬਜਾਏ ਉਸਨੇ ਸਿੱਧਾ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਸਮਰਥਨ ਨਾਲ 1236 ਵਿੱਚ ਆਪਣੇ ਭਰਾ ਨੂੰ ਗੱਦੀ ਤੋਂ ਹਟਾ ਕੇ ਉਹ ਤਖ਼ਤ ਹਾਸਿਲ ਕਰ ਲਿਆ ਜੋ ਕਾਨੂੰਨੀ ਤੌਰ ਤੇ ਉਸਦਾ ਹੀ ਸੀ। ਤੇ ਇੱਥੋਂ ਹੀ ਸ਼ੁਰੂ ਹੁੰਦਾ ਰਜ਼ੀਆ ਦਾ ਅਸਲ ਸ਼ਾਸਨ। ਇਹ ਸਿਰਫ ਇੱਕ ਰਾਜ ਨਹੀਂ ਸੀ, ਇਹ ਇੱਕ ਵਿਦਰੋਹ ਸੀ। ਇੱਕ ਅਜਿਹਾ ਦੌਰ ਜਿਸ ਵਿੱਚ ਉਸਨੇ ਪੁਰਾਣੇ ਨਿਯਮਾਂ ਨੂੰ ਤੋੜਿਆ ਤੇ ਸਲਤਨਤ ਲਈ ਇੱਕ ਨਵਾਂ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ, ਭਾਵੇਂ ਕਿ ਦੁਸ਼ਮਣ ਹਰ ਪਲ ਸਾਜ਼ਿਸ਼ਾਂ ਰਚ ਰਹੇ ਸਨ। ਇਹ ਸਲਾਈਡ ਸੱਚ ਪੁੱਛੋ ਤਾਂ ਪੂਰੀ ਕਹਾਣੀ ਦਾ ਦਿਲ ਹੈ। ਇੱਕ ਪਾਸੇ ਸਨ ਤੁਰਕੀ ਅਮੀਰ ਜੋ ਮੰਨਦੇ ਸਨ ਕਿ ਤਾਕਤ ਸਿਰਫ ਖਾਨਦਾਨ ਤੇ ਤੁਰਕੀ ਖੂਨ ਦੇ ਆਧਾਰ ਤੇ ਮਿਲਣੀ ਚਾਹੀਦੀ ਹੈ, ਪਰ ਰਜ਼ੀਆ ਦੀ ਸੋਚ ਬਿਲਕੁਲ ਵੱਖਰੀ ਸੀ। ਉਸ ਦੇ ਲਈ ਇਹ ਮਾਇਨੇ ਨਹੀਂ ਰੱਖਦਾ ਸੀ ਕਿ ਕੋਈ ਕਿੱਥੋਂ ਆਇਆ ਹੈ, ਮਾਇਨੇ ਇਹ ਰੱਖਦਾ ਸੀ ਕਿ ਉਹ ਕੀ ਕਰ ਸਕਦਾ ਹੈ, ਯਾਨੀ ਕਿ ਗੱਲ ਕਾਬਲੀਅਤ ਤੇ ਵਫਾਦਾਰੀ ਦੀ ਸੀ। ਆਪਣੀ ਇਸੇ ਸੋਚ ਨੂੰ ਹਕੀਕਤ ਬਣਾਉਣ ਲਈ ਉਸਨੇ ਇੱਕ-ਇੱਕ ਕਰਕੇ ਕਈ ਦਲੇਰ ਕਦਮ ਚੁੱਕੇ। ਉਸਨੇ ਭ੍ਰਿਸ਼ਟ ਅਮੀਰਾਂ ਨੂੰ ਸੱਤਾ ਤੋਂ ਬਾਹਰ ਕੀਤਾ। ਉਹ ਬਿਨਾਂ ਪਰਦੇ ਦੇ ਮਰਦਾਂ ਵਾਲੇ ਕੱਪੜਿਆਂ ਵਿੱਚ ਲੋਕਾਂ ਸਾਹਮਣੇ ਆਈ। ਉਸਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਖੁੱਲ੍ਹੇ ਦਰਬਾਰ ਲਗਾਏ। ਇਹਨਾਂ ਵਿੱਚੋਂ ਹਰ ਇੱਕ ਕਦਮ ਆਪਣੇ ਜ਼ਮਾਨੇ ਲਈ ਇੱਕ ਬਹੁਤ ਵੱਡਾ ਇਨਕਲਾਬ ਸੀ। ਪਰ ਇੱਕ ਕਦਮ ਅਜਿਹਾ ਸੀ ਜਿਸਨੇ ਸਭ ਹੱਦਾਂ ਪਾਰ ਕਰ ਦਿੱਤੀਆਂ। ਇਹ ਸੀ ਗੈਰ ਤੁਰਕਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਉਣਾ। ਖਾਸ ਤੌਰ ਤੇ ਜਮਾਲ-ਉਦ-ਦੀਨ ਯਾਕੂਤ, ਇੱਕ ਇਥੋਪੀਆਈ ਗੁਲਾਮ, ਨੂੰ ਸ਼ਾਹੀ ਅਸਤਬਲਾਂ ਦਾ ਮੁਖੀ ਬਣਾਉਣਾ ਤੁਰਕੀ ਅਮੀਰਾਂ ਲਈ ਇੱਕ ਸਿੱਧੀ ਚੁਣੌਤੀ ਸੀ। ਇਹ ਇੱਕ ਸਾਫ਼ ਸੰਦੇਸ਼ ਸੀ, ਉਹਨਾਂ ਦੀ ਮਨਮਾਨੀ ਦਾ ਦੌਰ ਹੁਣ ਖਤਮ ਹੋ ਗਿਆ ਹੈ। ਬਸ ਰਜ਼ੀਆ ਦੀ ਵੱਡੀ ਤਾਕਤ ਨੇ ਅਮੀਰਾਂ ਦਾ ਗੁੱਸਾ 7ਵੇਂ ਅਸਮਾਨ ਤੇ ਪਹੁੰਚਾ ਦਿੱਤਾ। ਉਹਨਾਂ ਨੂੰ ਆਪਣੀ ਦੁਨੀਆ, ਆਪਣਾ ਰੁਤਬਾ ਖਤਮ ਹੁੰਦਾ ਦਿਖ ਰਿਹਾ ਸੀ। ਹੁਣ ਤਾਂ ਬਸ ਸਮੇਂ ਦੀ ਗੱਲ ਸੀ ਕਿ ਇਹ ਗੁੱਸਾ ਇੱਕ ਖੁੱਲ੍ਹੀ ਬਗਾਵਤ ਵਿੱਚ ਬਦਲ ਜਾਵੇ। ਤੇ ਫਿਰ ਆਇਆ ਸਾਲ 1240, ਜਦੋਂ ਸਾਰੀ ਬਾਜ਼ੀ ਪਲਟ ਗਈ। ਪਟਿੰਡਾ ਦੇ ਗਵਰਨਰ ਅਲਤੂਨੀਆ ਨੇ ਬਗਾਵਤ ਕਰ ਦਿੱਤੀ। ਜਿਹੜੀ ਲੜਾਈ ਹੋਈ ਉਸ ਵਿੱਚ ਰਜ਼ੀਆ ਦਾ ਵਫਾਦਾਰ ਯਾਕੂਤ ਮਾਰਿਆ ਗਿਆ ਤੇ ਰਜ਼ੀਆ ਨੂੰ ਫੜ ਕੇ ਕੈਦ ਕਰ ਲਿਆ ਗਿਆ। ਸੱਤਾ ਵਾਪਸ ਲੈਣ ਦੀ ਇੱਕ ਆਖਰੀ ਕੋਸ਼ਿਸ਼ ਵਿੱਚ ਉਸਨੇ ਇੱਕ ਹੈਰਾਨੀਜਨਕ ਕਦਮ ਚੁੱਕਿਆ। ਉਸਨੇ ਉਸੇ ਅਲਤੂਨੀਆ ਨਾਲ ਵਿਆਹ ਕਰ ਲਿਆ ਜਿਸਨੇ ਉਸਨੂੰ ਕੈਦ ਕੀਤਾ ਸੀ। ਪਰ ਉਹਨਾਂ ਦੀ ਸਾਂਝੀ ਤਾਕਤ ਵੀ ਕਮ ਨਾ ਆਈ।
ਉਹਨਾਂ ਨੂੰ ਹਰਾ ਦਿੱਤਾ ਗਿਆ ਤੇ ਕੈਥਲ ਦੇ ਨੇੜੇ ਰਜ਼ੀਆ ਦੇ ਸ਼ਾਸਨ ਦਾ ਇੱਕ ਬਹੁਤ ਹੀ ਦੁਖਦਾਈ ਅੰਤ ਹੋਇਆ। ਰਜ਼ੀਆ ਦਾ ਰਾਜ ਸਿਰਫ 4 ਸਾਲ ਚੱਲਿਆ ਤੇ ਫਿਰ ਵੀ ਉਸ ਦੇ ਦੁਖਦਾਈ ਅੰਤ ਦੇ ਬਾਵਜੂਦ ਸਵਾਲ ਉੱਠਦਾ ਹੈ, ਉਸ ਦੀ ਵਿਰਾਸਤ ਇੰਨੀ ਖਾਸ ਕਿਉਂ ਹੈ? ਅੱਜ ਸਦੀਆਂ ਬਾਅਦ ਵੀ ਆਪਾਂ ਉਸ ਬਾਰੇ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਉਹ ਸਿਰਫ ਇੱਕ ਸ਼ਾਸਕ ਨਹੀਂ ਸੀ, ਉਹ ਇੱਕ ਦਲੇਰ ਦੂਰਦਰਸ਼ੀ, ਇੱਕ ਕਾਬਿਲ ਪ੍ਰਸ਼ਾਸਕ ਤੇ ਇੱਕ ਐਸੀ ਤਾਕਤ ਸੀ ਜਿਸ ਨੇ ਆਪਣੇ ਸਮੇਂ ਦੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਪੁਰਸ਼ ਪ੍ਰਧਾਨ ਪਰੰਪਰਾਵਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਕੀਤੀ। ਉਸ ਨੇ ਇਹ ਸਾਬਿਤ ਕਰ ਦਿੱਤਾ ਕਿ ਲੀਡਰਸ਼ਿਪ ਦਾ ਲਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਸ ਲਈ ਉਸ ਦਾ ਛੋਟਾ ਜਿਹਾ ਰਾਜ ਇਤਿਹਾਸ ਦੇ ਪੰਨਿਆਂ ਤੇ ਸਿਰਫ ਇੱਕ ਛੋਟੀ ਜਿਹੀ ਲਾਈਨ ਨਹੀਂ, ਬਲਕਿ ਇੱਕ ਪੂਰਾ ਅਧਿਆਇ ਹੈ। ਇੱਕ ਅਜਿਹਾ ਅਧਿਆਇ ਜੋ ਹਮੇਸ਼ਾ ਯਾਦ ਦਿਲਾਉਂਦਾ ਹੈ ਕਿ ਜਦੋਂ ਇੱਕ ਔਰਤ ਨੂੰ ਮੌਕਾ ਮਿਲਦਾ ਹੈ ਤਾਂ ਉਹ ਕੀ ਕਰ ਸਕਦੀ ਹੈ, ਤੇ ਇੱਕ ਸਾਮਰਾਜ ਦੇ ਖਿਲਾਫ ਖੜੇ ਹੋਣ ਦੀ ਹਿੰਮਤ ਦਾ ਪ੍ਰਮਾਣ ਹੈ। ਰਜ਼ੀਆ ਸੁਲਤਾਨ ਦੀ ਕਹਾਣੀ ਸਾਨੂੰ ਇਸ ਸ਼ਕਤੀਸ਼ਾਲੀ ਸਵਾਲ ਨਾਲ ਛੱਡ ਜਾਂਦੀ ਹੈ ਕਿ ਕਿਸੇ ਲੀਡਰ ਦੀ ਮਹਾਨਤਾ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਉਸਨੇ ਕਿੰਨੇ ਸਾਲ ਰਾਜ ਕੀਤਾ, ਜਾਂ ਇਸ ਗੱਲ ਨਾਲ ਕਿ ਉਨ੍ਹਾਂ ਸਾਲਾਂ ਵਿੱਚ ਉਸਦਾ ਪ੍ਰਭਾਵ ਕਿੰਨਾ ਡੂੰਘਾ ਸੀ। ਉਸ ਦੀ ਕਹਾਣੀ ਇਸ ਦਾ ਇੱਕ ਜ਼ੋਰਦਾਰ ਜਵਾਬ ਦਿੰਦੀ ਹੈ। ਇਹ ਜਾਣਕਾਰੀ ਗਗਨ ਅਰੋੜਾ ਦੁਆਰਾ ਦਿੱਤੀ ਗਈ ਹੈ। ਜੇ ਤੁਹਾਨੂੰ ਇਹ ਚਰਚਾ ਚੰਗੀ ਲੱਗੀ ਤਾਂ ਹੋਰ ਜਾਣਕਾਰੀ ਲਈ ਇਸ ਨੂੰ ਲਾਈਕ